सिर्फ दो चीज़ां कोविड ਦੇ ਵਿੱਚ ਇੰਪੋਰਟੈਂਟ ਹੈ। ਪਹਿਲੀ ਗੱਲ ਹੈ ਕਿ ਤੁਹਾਡੀ ਆਕਸੀਜਨ ਦੀ ਸੈਚੂਰੇਸ਼ਨ ਮਾਤਰਾ ਕਿੰਨੀ ਹੈ। ਜੇ ਤੁਹਾਡੀ 94 ਤੋਂ ਮਾਤਰਾ ਉੱਪਰ ਹੈ, ਤੁਹਾਡੇ ਸਿਟੀ 'ਚ ਕੋਈ ਵੀ ਸਕੋਰ ਆਵੇ ਉਹਦੀ ਕੋਈ ਵੈਲਿਊ ਨਹੀਂ ਹੈ। ਲਾਈਫ ਟਾਈਮ ਜੇ 25 CT ਸਕੈਨ ਤੋਂ ਵੱਧ ਜੇ ਕੋਈ ਬੰਦਾ ਕਰਾਏ ਤਾਂ ਉਹਨਾਂ ਦੇ ਵਿੱਚ ਇਹ ਜਿਹੜੀ ਅਮਰੀਕਨ ਸੁਸਾਇਟੀ ਇਹ ਕਹਿੰਦੀ ਹੈ ਕਿ ਉਹਨਾਂ ਦੇ ਕੈਂਸਰ ਦੇ ਚਾਂਸ ਵੀ ਹੋ ਸਕਦੇ ਨੇ। ਮਰੀਜ਼ ਆਪਾਂ ਨੂੰ ਪਤਾ ਵੀ ਕੋਵਿਡ ਪੋਜ਼ਿਟਿਵ ਆ ਗਿਆ, ਉਹਨੂੰ ਜੇ ਆਪਾਂ ਘਰੇ ਆਈਸੋਲੇਸ਼ਨ 'ਚ ਰੱਖਾਂਗੇ ਖੁਦ ਵੀ ਬਚਾਂਗੇ, ਆਪਣੇ ਰਿਸ਼ਤੇਦਾਰਾਂ ਨੂੰ ਬਚਾਵਾਂਗੇ, ਮਾਂ-ਬਾਪ ਨੂੰ ਤੇ ਪਬਲਿਕ ਨੂੰ ਵੀ। ਔਰ ਜਦੋਂ ਵੀ ਤੁਹਾਡੀ ਸਾਹ ਜਾਂ ਫੁੱਲਦਾ ਹੈ, ਖਾਂਸੀ ਹੁੰਦੀ ਹੈ ਜਾਂ ਬੁਖਾਰ ਜ਼ਿਆਦਾ ਹੈ ਤੇ ਕੋਵਿਡ ਪੋਜ਼ਿਟਿਵ ਹੈ ਤੇ ਸੈਚੂਰੇਸ਼ਨ ਤੁਸੀਂ ਦੇਖਦੇ ਹੋ ਕਿ 92 90 ਰਹਿ ਗਈ ਹੈ, ਉਦੋਂ ਘਰ ਨਾ ਬੈਠੋ, ਉਦੋਂ ਆ ਕੇ ਆਪਣਾ ਇਲਾਜ ਸ਼ੁਰੂ ਕਰਾ ਲਓ। ਇਹ ਮੈਂ ਬਹੁਤ ਜ਼ਿਆਦਾ ਪੇਸ਼ੈਂਟ ਦੇਖ ਲਏ ਜੋ ਘਰ ਆ ਕੇ ਫਿਰ ਸੀਰੀਅਸ ਕੰਡੀਸ਼ਨ ਚਲੇ ਜਾਂਦੇ, ਫਿਰ ਉਹਨਾਂ ਦੀ ਇਲਾਜ ਹੋ ਜਾਂਦਾ। ਮੇਰੀ ਸਾਰੇ ਲੋਕਾਂ ਨੂੰ ਇਹ ਰਿਕੁਐਸਟ ਹੈ ਕਿ ਜਦੋਂ ਹੀ ਤੁਹਾਨੂੰ ਸਿੰਪਟਮ ਹੋਣ, ਪਹਿਲੀ ਗੱਲ ਆਪਣੀ ਟੈਸਟਿੰਗ ਕਰਕੇ ਕਨਫਰਮ ਕਰਾਓ, ਆਈਸੋਲੇਟ ਹੋ ਕੇ ਆਪਣੇ ਆਪ ਨੂੰ ਤੇ ਫੈਮਿਲੀ ਨੂੰ ਬਚਾਓ। ਪੰਜਾਬ ਦੇ ਵਿੱਚ ਕਰੋਨਾ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ। ਦਿੱਲੀ ਦੇ ਮੁਕਾਬਲੇ ਜੇਕਰ ਗੱਲ ਕਰੀਏ ਕੁਝ ਹਾਲਾਤ ਕਾਬੂ ਦੇ ਵਿੱਚ ਨੇ, ਪਰ ਜੇਕਰ ਹਜੇ ਵੀ ਅਸੀਂ ਸਾਵਧਾਨੀਆਂ ਨਾ ਵਰਤੀਆਂ ਤਾਂ ਦਿੱਲੀ ਵਰਗੇ ਹਾਲਾਤ ਇੱਥੇ ਵੀ ਬਣ ਸਕਦੇ ਨੇ। ਲਗਾਤਾਰ ਪ੍ਰਸ਼ਾਸਨਿਕ ਅਧਿਕਾਰੀ ਆਪਣੇ ਵੱਲੋਂ ਪੂਰੀਆਂ ਕੋਸ਼ਿਸ਼ਾਂ ਕਰ ਰਹੇ ਨੇ ਕਿ ਹਰੇਕ ਬੰਦੋਬਸਤ ਕੀਤਾ ਜਾਵੇ ਤਾਂ ਕਿ ਜਿਹੜੇ ਮਰੀਜ਼ ਨੇ ਉਹਨਾਂ ਨੂੰ ਕੋਈ ਦਿੱਕਤ ਨਾ ਆਵੇ। ਲੁਧਿਆਣਾ ਦੀ ਗੱਲ ਕਰੀਏ ਤਾਂ ਲੁਧਿਆਣਾ ਦੇ ਵਿੱਚ ਰੋਜ਼ 1300 ਤੋਂ ਵੱਧ ਮਰੀਜ਼ ਆ ਰਹੇ ਨੇ। ਮੌਤਾਂ ਦੀ ਗਿਣਤੀ ਵੀ ਲਗਾਤਾਰ ਵੱਧਦੀ ਜਾ ਰਹੀ ਹੈ। ਉਸ ਦੇ ਵਿਚਕਾਰ ਲੋਕਾਂ ਦੇ ਵਿੱਚ ਹਫੜਾ ਤਫੜੀ ਮਚ ਰਹੀ ਹੈ ਕਿ ਅਸੀਂ ਆਪਣੀ ਛਾਤੀ ਦਾ ਸਿਟੀ ਸਕੈਨ ਕਰਾਈਏ ਤਾਂ ਕਿ ਜਿਹੜਾ ਸਾਨੂੰ ਪਤਾ ਲੱਗ ਸਕੇ ਕਿ ਸਾਡੀ ਛਾਤੀ ਦੇ ਵਿੱਚ ਕਿੰਨੀ ਕੁ ਬਲੋਕੇਜ ਹੋ ਚੁੱਕੀ ਹੈ, ਕਿ ਉਹਨਾਂ ਨੂੰ ਕਰੋਨਾ ਹੈ ਜਾਂ ਨਹੀਂ ਹੈ। ਪਰ ਸਿਟੀ ਸਕੈਨ ਉਹਨਾਂ ਨੂੰ ਨਹੀਂ ਪਤਾ ਕਿ ਕਿੰਨੀ ਕੁ ਉਹਨਾਂ ਦੇ ਲਈ ਹਾਨੀਕਾਰਕ ਵੀ ਸਾਬਤ ਹੋ ਸਕਦੀ ਹੈ। ਇਹ ਸਭ ਦੀ ਜਾਣਕਾਰੀ ਲੈਣ ਲਈ ਅਸੀਂ ਲੁਧਿਆਣਾ ਦੇ DMC ਹਸਪਤਾਲ ਦੇ ਸੀਨੀਅਰ ਡਾਕਟਰ ਬਿਸ਼ਨ ਮੋਹਨ ਜੀ ਕੋਲ ਪਹੁੰਚੇ ਹਾਂ। ਸਰ ਸਵਾਗਤ ਹੈ ਜੀ ਬਹੁਤ ਬਹੁਤ। ਹਾਂਜੀ ਸਰ, ਸਿਟੀ ਸਕੈਨ ਦਾ ਅੱਜ ਕੱਲ੍ਹ ਹੁਣ ਬਹੁਤ ਟਰੈਂਡ ਚੱਲ ਗਿਆ। ਜਿਸ ਤਰ੍ਹਾਂ ਪਿਛਲੇ ਸਾਲ ਹਰੇਕ ਕੋਈ ਕਿਸੇ ਚੀਜ਼ ਵੱਲ ਭੱਜ ਰਿਹਾ ਸੀ, ਕੋਈ ਕਿਸੇ ਚੀਜ਼ ਵੱਲ ਭੱਜ ਰਿਹਾ ਸੀ, ਹੁਣ ਲੋਕ ਸਿਟੀ ਸਕੈਨ ਕਰਾਉਣ ਵੱਲ ਬਹੁਤ ਭੱਜ ਰਹੇ ਨੇ। ਕੀ ਉਹਦੇ ਨੁਕਸਾਨ ਨੇ ਜ਼ਿਆਦਾ ਕਰਾਉਣ ਦੇ ਨਾਲ, ਜਾਂ ਕੀ ਵਾਕਈ ਹੀ ਜ਼ਰੂਰੀ ਹੈ ਸਿਟੀ ਸਕੈਨ ਇਸ ਦੇ ਵਿੱਚ? ਦੇਖੋ, ਜੇ ਆਪਾਂ ਕੋਵਿਡ ਦੀ ਗੱਲ ਕਰੀਏ ਤਾਂ ਆਪਾਂ ਨੂੰ ਪਹਿਲਾਂ ਦੋ ਚੀਜ਼ਾਂ ਸਮਝ ਲੈਣੀਆਂ ਚਾਹੀਦੀਆਂ। ਕੋਵਿਡ ਵਾਸਤੇ ਜਿਹੜਾ ਸਭ ਤੋਂ ਜ਼ਿਆਦਾ ਡਾਇਗਨੋਸਟਿਕ ਟੈਸਟ ਹੈ ਉਹ PCR ਹੈ। PCR ਮਤਲਬ ਜਿਹੜੀ ਆਪਾਂ ਸਵੈਬ ਲੈਂਦੇ ਹਾਂ, ਉਹ ਟੈਸਟ ਜੇ ਪੋਜ਼ਿਟਿਵ ਆ ਜਾਂਦਾ ਤਾਂ ਇਹਨੂੰ ਅਸੀਂ ਕੋਵਿਡ ਘੋਸ਼ਿਤ ਕਰ ਦਿੰਦੇ ਹਾਂ। ਅਬ ਦੂਸਰਾ, ਇਹਦੇ ਵਿੱਚ ਜੇ ਪੇਸ਼ੈਂਟ ਨੂੰ ਬੁਖਾਰ, ਖਾਂਸੀ, ਜ਼ੁਕਾਮ ਹੈ ਤਾਂ ਉਹਦੇ ਵਿੱਚ ਕੋਵਿਡ ਦਾ ਟੈਸਟ ਕਰਾਉਂਦੇ ਹਾਂ ਤਾਂ ਉਹ 90% ਤੋਂ ਵੀ ਜ਼ਿਆਦਾ ਕੇਸਿਸ 'ਚ ਇਹ ਪੋਜ਼ਿਟਿਵ ਆਉਂਦਾ। ਸੋ ਇਹਦੀ ਸਕਸੈਸ ਰੇਟ ਬਹੁਤ ਹੈ। ਸਭ ਤੋਂ ਵਧੀਆ ਗੱਲ ਹੈ ਕਿ ਇਹ ਸਸਤਾ ਹੈ, ਨੰਬਰ 1, ਈਜ਼ੀਲੀ ਅਵੇਲੇਬਲ ਹੋ ਗਿਆ, ਕਿਤੇ ਵੀ ਹੋ ਸਕਦਾ। ਹੁਣ ਤਾਂ ਕੋਈ ਪ੍ਰੋਬਲਮ ਨਹੀਂ ਰਹੀ। ਰਿਪੋਰਟ ਵੀ ਪੰਜਾਬ ਦੇ ਵਿੱਚ ਵਿਦਿਨ 24 ਆਵਰ ਮਿਲ ਜਾਂਦੀ ਹੈ ਅਤੇ ਟੈਸਟ ਤੁਹਾਨੂੰ ਕਲੀਅਰ ਹੋ ਜਾਂਦਾ। 90% ਜ਼ਿਆਦਾ ਲੋਕਾਂ ਨੂੰ ਇਸ ਟੈਸਟ ਦੇ ਬੇਸ 'ਤੇ ਟਰੀਟਮੈਂਟ ਮਿਲ ਜਾਂਦਾ ਅਤੇ ਉਸ ਦੇ ਵਿੱਚੋਂ ਮੈਜੋਰਿਟੀ ਜਿਹੜੇ ਬੰਦੇ ਨੇ ਉਹ ਹੋਮ ਆਈਸੋਲੇਸ਼ਨ 'ਚ ਰਹਿੰਦੇ ਨੇ। ਸੋ ਇਸ ਕਰਕੇ ਇਹ ਟੈਸਟ ਦਾ ਨੰਬਰ 1 ਟੈਸਟ ਹੈ। ਉਸ ਤੋਂ ਬਾਅਦ ਆਪਾਂ ਗੱਲ ਕਰ ਰਹੇ ਹਾਂ CT ਸਕੈਨ ਦੀ। ਦੇਖੋ, CT ਸਕੈਨ ਇਹ ਨਹੀਂ ਹੈ ਕਿ CT ਸਕੈਨ ਦਾ ਕੋਈ ਫਾਇਦਾ ਨਹੀਂ ਕੋਵਿਡ 'ਚ, ਪਰ ਕੁਛ ਹੀ ਇੰਡੀਕੇਸ਼ਨ ਹੈ ਜਿਸ 'ਚ CT ਸਕੈਨ ਕਾਮਯਾਬ ਹੈ। ਉਹਦੇ ਵਿੱਚ ਸਭ ਤੋਂ ਵੱਧ ਇੰਪੋਰਟੈਂਟ ਹੈ ਕਿ ਜੇ ਤੁਹਾਨੂੰ ਲੱਗ ਰਿਹਾ ਕਿ PCR ਤੁਹਾਡਾ ਟੈਸਟ ਨੈਗੇਟਿਵ ਆ ਗਿਆ, ਪਰ ਡਾਕਟਰ ਨੂੰ ਫਿਰ ਵੀ ਲੱਛਣ ਲੱਗਦੇ ਨੇ ਕਿ ਵੀ ਇਹ ਤਾਂ ਬਈ ਕੋਵਿਡ ਵੀ ਹੋ ਸਕਦਾ, ਫਿਰ ਉਹ ਸੈਕਿੰਡ ਲਾਈਨ ਦਾ ਟੈਸਟ ਹੈ। ਉਹਦੇ ਚਾਂਸ ਮੈਂ ਤੁਹਾਨੂੰ ਦੱਸਿਆ ਵੀ 10% ਤੋਂ ਵੀ ਘੱਟ ਨੇ, ਉਸ ਤੋਂ ਵੀ ਬਹੁਤ ਹੀ ਘੱਟ ਨੇ। ਸੋ ਉਹ ਇੱਕ ਇੰਡੀਕੇਸ਼ਨ ਹੈ। ਦੂਸਰੀ ਇੰਡੀਕੇਸ਼ਨ ਇਹਦੀ ਵਿੱਚ ਹੈ ਕਿ ਜਦੋਂ ਪੇਸ਼ੈਂਟ ਹਸਪੀਟਲ ਵਿੱਚ ਹੋ ਜਾਂਦਾ ਤਾਂ ਅਸੀਂ ਸਵੀਅਰ ਕੇਸ, ਸੀਰੀਅਸ ਵਾਲੇ ਜਿਹੜੇ ਮਰੀਜ਼ ਹੁੰਦੇ, ਉਹ 'ਚੋਂ ਵੀ 100 ਚੋਂ 5 ਜਾਂ 7 ਹੀ ਸੀਰੀਅਸ ਹੁੰਦੇ ਜਿਹਨਾਂ ਨੂੰ ਹਸਪੀਟਲਾਈਜੇਸ਼ਨ ਦੀ ਲੋੜ ਪੈਂਦੀ ਹੈ। ਉਹਦੇ ਵਿੱਚ ਕੁਛ ਅਸੀਂ ਪੁਆਇੰਟਸ ਉਹਦੇ ਵਾਸਤੇ ਦੇਖਣੇ ਹੁੰਦੇ। ਜੇ ਪੇਸ਼ੈਂਟ ਜ਼ਿਆਦਾ ਡਿਟੀਰੀਓਰੇਟ ਕਰ ਰਿਹਾ, ਸੀਰੀਅਸ ਵੱਲ ਜ਼ਿਆਦਾ ਜਾ ਰਿਹਾ, ਤਾਂ ਅਸੀਂ CT ਸਕੈਨ ਕਰਕੇ ਦੇਖਦੇ ਹਾਂ ਵੀ ਇਹ ਕੋਈ ਨਿਮੋਨੀਆ ਦਾ ਪੈਚ ਹੋ ਰਿਹਾ ਕਿ ਕੋਈ ਕਲੌਟ ਆ ਰਿਹਾ ਜਾਂ ਕੋਈ ਹੋਰ ਕੋਈ ਫੰਗਲ ਇਨਫੈਕਸ਼ਨ ਵਗੈਰਾ ਹੈਗੀ ਹੈ। ਇਹ CT ਇਹਨੂੰ ਯੂਜ਼ ਕਰਦੇ ਹਾਂ। ਉਹ ਵੀ ਜੇ ਅਸੀਂ ਹੁਣੀ ਕਲਾਸ ਖਤਮ ਕਰਕੇ ਆਏ ਹਾਂ, ਉਹਦੀ ਵੀ ਜਿਹੜੀ ਰਿਕੁਆਇਰਮੈਂਟ ਹੈ, ਜੇ ਸਾਡੇ ਕੋਲੇ 2000 ਐਡਮਿਸ਼ਨ ਆਉਂਦੀ ਹੈ ਤਾਂ 300 ਜਾਂ 300 ਕੇਸਿਸ ਦੀ ਐਡਮਿਸ਼ਨ ਵਾਸਤੇ। ਸੋ ਆਮ ਪਬਲਿਕ ਦੇ ਵਿੱਚ ਇਹਦੀ ਰਿਕੁਆਇਰਮੈਂਟ CT ਸਕੈਨ ਦੀ ਬਹੁਤ ਘੱਟ ਹੈ। ਦੂਸਰਾ, ਲੋਕਾਂ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਜਿਹੜਾ CT ਸਕੈਨ ਹੈ ਇਹ ਰੇਡੀਏਸ਼ਨ ਵਾਲਾ ਹੈ। ਜੇ ਤੁਸੀਂ ਇੱਕ CT ਸਕੈਨ ਕਿੰਨੇ ਹੀ ਐਕਸਰਾਂ ਦੇ ਐਕਸਪੋਜ਼ਰ ਦੇ ਬਰਾਬਰ ਹੈ। ਅਤੇ ਜੇ ਤੁਸੀਂ ਕਈ ਲੋਕਾਂ ਨੇ 3-3 4-4 CT ਵੀ ਕਰਾਏ ਹੁੰਦੇ ਨੇ, ਸਿਰਫ ਆਪਣੇ ਆਪ ਤੋਂ ਡਰ, ਉਹਨਾਂ ਨੂੰ ਇਹ ਹੁੰਦਾ ਕਿ ਬਸ ਮੈਨੂੰ ਸਕੋਰ ਪਤਾ ਲੱਗ ਜੇ। ਪਰ ਮੈਂ ਸਾਰੇ ਲੋਕਾਂ ਨੂੰ ਇਹ ਦੱਸਣਾ ਚਾਹੁੰਦਾ ਕਿ CT ਸਕੋਰ ਦਾ ਟਰੀਟਮੈਂਟ ਦੇ ਨਾਲ ਡਾਇਰੈਕਟ ਸੰਬੰਧ ਬਹੁਤ ਹੀ ਘੱਟ ਹੈ, ਨਾ ਵਰਗਾ ਹੈ। ਸਿਰਫ ਦੋ ਚੀਜ਼ਾਂ ਕੋਵਿਡ ਦੇ ਵਿੱਚ ਇੰਪੋਰਟੈਂਟ ਹੈ। ਪਹਿਲੀ ਗੱਲ ਹੈ ਕਿ ਤੁਹਾਡੀ ਆਕਸੀਜਨ ਦੀ ਸੈਚੂਰੇਸ਼ਨ ਮਾਤਰਾ ਕਿੰਨੀ ਹੈ। ਜੇ ਤੁਹਾਡੀ 94 ਤੋਂ ਮਾਤਰਾ ਉੱਪਰ ਹੈ, ਤੁਹਾਡੇ CT 'ਚ ਕੋਈ ਵੀ ਸਕੋਰ ਆਵੇ ਉਹਦੀ ਕੋਈ ਵੈਲਿਊ ਨਹੀਂ ਹੈਗੀ, ਕਿ ਤੁਹਾਡੀ ਆਕਸੀਜਨੇਸ਼ਨ ਠੀਕ ਹੈ, ਸਕੋਰ ਵਾਲੇ ਕੁਛ ਨਹੀਂ ਹੈਗਾ।
ਦੂਸਰਾ ਕੁਝ ਇਨਫਲੇਮੇਟਰੀ ਮਾਰਕਰ ਹੈ ਜਿਹਨੂੰ ਅਸੀਂ CRP ਕਹਿੰਦੇ ਆ, ਉਹ ਜੇ ਵੱਧ ਰਿਹਾ ਹੈਗਾ ਤੁਹਾਡਾ ਤੇ ਤੁਹਾਡੀ ਸੈਚੂਰੇਸ਼ਨ ਘਟ ਰਹੀ ਹੈ, ਇਹਦਾ ਮਤਲਬ ਤੁਹਾਨੂੰ ਹਸਪੀਟਲ 'ਚ ਦਾਖਲ ਹੋਣੀ ਚਾਹੀਦੀ ਹੈ। ਉਦੋਂ ਬਾਅਦ ਡਾਕਟਰ ਡਿਸਾਈਡ ਕਰੇਗਾ ਕਿ ਤੁਹਾਨੂੰ CT ਦਾ ਫਾਇਦਾ ਹੈ ਕਿ ਨਹੀਂ। ਜਿਸ ਤਰ੍ਹਾਂ ਸਰ ਆਮ ਲੋਕ ਹੀ ਹੁਣ CT ਸਕੈਨ ਕਰਾਉਣ ਲੱਗ ਗਏ ਨੇ, ਉਸ ਦੇ ਉਹਨਾਂ ਨੂੰ ਨੁਕਸਾਨ ਕੀ ਹੋ ਸਕਦੇ ਨੇ ਜ਼ਿਆਦਾ CT ਸਕੈਨ ਕਰਾਉਣ ਦੇ ਨਾਲ? ਦੇਖੋ ਪਹਿਲੀ ਗੱਲ ਤਾਂ 3 ਨੁਕਸਾਨ ਹੈ। ਪਹਿਲੀ ਗੱਲ ਤਾਂ ਕਾਸਟਲੀ ਹੈ, ਨੰਬਰ 1। ਦੂਸਰਾ ਰੇਡੀਏਸ਼ਨ ਤੁਹਾਡੀ ਪਹਿਲਾਂ ਤਾਂ ਜੇਬ ਤੇ ਫਿਰ ਸਿਹਤ ਤੇ, ਜਿੰਨੀ ਰੇਡੀਏਸ਼ਨ ਜ਼ਿਆਦਾ ਹੋਊਗੀ ਇਹ ਨੁਕਸਾਨ ਕਰ ਸਕਦੀ ਹੈ। ਇਹਦੇ ਨਾਲ ਜੇ ਕੋਈ ਹੋਰ ਫੈਕਟਰਸ ਇਕੱਠੇ ਹੋ ਜਾਂਦੇ ਆ, ਮੰਨ ਲਓ ਇੱਕ ਬੰਦਾ 1 ਸਾਲ 'ਚ ਕਈ CT ਕਰਾ ਲੈਂਦਾ ਕਿਸੇ ਨਾ ਕਿਸੇ ਹੋਰ ਬਿਮਾਰੀ ਕਰ, ਲਾਈਫ ਟਾਈਮ ਜੇ 25 CT ਸਕੈਨ ਤੋਂ ਵੱਧ ਜੇ ਕੋਈ ਬੰਦਾ ਕਰਾਏ ਤਾਂ ਉਹਨਾਂ ਦੇ ਵਿੱਚ ਇਹ ਜਿਹੜੀ ਅਮਰੀਕਨ ਸੁਸਾਇਟੀ ਇਹ ਕਹਿੰਦੀ ਹੈ ਕਿ ਉਹਨਾਂ ਦੇ ਕੈਂਸਰ ਦੇ ਚਾਂਸ ਵੀ ਹੋ ਸਕਦੇ ਨੇ, ਹੋਰ ਚੀਜ਼ਾਂ ਨਾਲ ਐਗਰਾਵੇਟ ਹੋ ਕੇ ਇੰਨੀ ਰੇਡੀਏਸ਼ਨ ਹੋ ਸਕਦੀ ਹੈ। ਸੋ ਜਿੰਨੀ ਆਪਾਂ ਮਜਬੂਰੀ ਨਾਲ ਕਰਾਈਏ ਤੇ ਜ਼ਰੂਰੀ ਹੋਵੇ ਉਦੋਂ CT ਕਰਾਉਣਾ ਹੈ। ਤੀਸਰੀ ਚੀਜ਼, ਜਦੋਂ ਅਸੀਂ ਆਪਣੇ ਮਰੀਜ਼ ਨੂੰ PCR ਨਾਲ ਸਾਨੂੰ ਪਤਾ ਲੱਗ ਗਿਆ, ਮਰੀਜ਼ ਆਪਾਂ ਨੂੰ ਪਤਾ ਵੀ ਕੋਵਿਡ ਪੋਜ਼ਿਟਿਵ ਆ ਗਿਆ, ਉਹਨੂੰ ਜੇ ਆਪਾਂ ਘਰੇ ਆਈਸੋਲੇਸ਼ਨ 'ਚ ਰੱਖਾਂਗੇ ਖੁਦ ਵੀ ਬਚਾਂਗੇ, ਆਪਣੇ ਰਿਸ਼ਤੇਦਾਰਾਂ ਨੂੰ ਬਚਾਵਾਂਗੇ, ਮਾਂ-ਬਾਪ ਨੂੰ ਤੇ ਪਬਲਿਕ ਨੂੰ ਵੀ। ਉਹ ਪੇਸ਼ੈਂਟ ਸਿਰਫ ਬਚਣ ਵਾਸਤੇ ਆਪਣੇ ਡਰ ਕਰਕੇ CT ਚਲਾ ਜਾਂਦਾ ਹੈ। ਤੁਸੀਂ ਦੇਖੋ CT ਸਕੈਨ 'ਚ ਭੀੜ ਵੀ ਹੁੰਦੀ ਹੈ, ਉਹ ਉਸੇ ਗੱਡੀ ਤੇ ਜਾਂਦਾ ਹੈ, 4 ਬੰਦਿਆਂ ਨੂੰ ਹੋਰ ਐਕਸਪੋਜ਼ਰ ਕਰਦਾ ਹੈ, ਤਾਂ ਇੱਕ ਤਰ੍ਹਾਂ ਦਾ ਇੱਕ CT ਸਕੈਨ ਵਾਲੀ ਜਗ੍ਹਾ ਵੀ ਹੌਟਸਪੌਟ ਬਣ ਗਈ ਹੈ। ਸੋ ਆਪਾਂ ਨੂੰ 3 ਨੁਕਸਾਨ ਹੋ ਗਏ, ਖਰਚਾ, ਸਿਹਤ ਦਾ ਨੁਕਸਾਨ ਤੇ ਪਬਲਿਕ ਦਾ ਨੁਕਸਾਨ। ਪਰ ਇਹਨੂੰ ਯੂਜ਼ ਉਹਦੀ ਕਰੋ ਜਦੋਂ ਇਹਦੀ ਇੰਡੀਕੇਸ਼ਨ ਹੈ। ਤੇ ਵੈਕਸੀਨ ਨੂੰ ਲੈ ਕੇ ਸਰ ਬਹੁਤ ਇਹ ਗੱਲਾਂ ਚੱਲ ਰਹੀਆਂ ਕਿ ਕੋਵੈਕਸੀਨ ਲਵਾਉਣੀ ਚਾਹੀਦੀ ਹੈ, ਕੋਵਾਸ਼ੀਲਡ ਵਧੀਆ ਨਹੀਂ, ਮਤਲਬ ਕੀ ਇਹ ਸਭ ਕੁਝ ਹੈ? ਕੀ ਇਹ ਵੈਕਸੀਨਸ ਦੇ ਵਿੱਚ ਦੋਨਾਂ 'ਚ ਕੋਈ ਫਰਕ ਹੈ ਜਾਂ ਦੋਨੋਂ ਇੱਕੋ ਜਿਹੀਆਂ ਨੇ? ਬਹੁਤ ਅਫਵਾਹਾਂ ਇੱਦਾਂ ਦੀਆਂ ਫੈਲਦੀਆਂ। ਦੇਖੋ ਇਹ ਕੁਝ ਮਹੀਨਿਆਂ ਤੱਕ ਤੇ ਅਫਵਾਹ ਦੀ ਵੈਲਿਊ ਸੀਗੀ, ਮਤਲਬ ਅਫਵਾਹ ਵੀ ਕੁਝ ਤਾਂ ਵੈਲਿਊ ਹੁੰਦੀ ਹੈ, ਮਤਲਬ ਬੰਦਾ ਡਿਸਕਸ਼ਨ ਦਾ ਮੁੱਦਾ ਸੀ। ਹੁਣ ਤਾਂ ਵੈਸੇ ਹੀ ਵੈਕਸੀਨ ਘੱਟ ਜਾ ਰਹੀ ਹੈ, ਪਰੰਤੂ ਦੋਨਾਂ ਦੀ ਜਿਹੜੀ ਕੋਵਾਸ਼ੀਲਡ ਤੇ ਕੋਵੈਕਸੀਨ ਦੋਨੋਂ ਹੀ ਇੰਡੀਆ ਦੇ ਵਿੱਚ ਬਣੀਆਂ ਨੇ। ਆਪਣੇ ਲੋਕਾਂ ਤੇ ਇਹਨੂੰ ਇਸ ਤੇ ਐਕਸਪੈਰੀਮੈਂਟ ਸਟਾਰਟਿੰਗ 'ਚ ਹੋਏ ਨੇ ਤੇ ਦੋਨੋਂ ਸੇਫ ਨੇ। ਹਜ਼ਾਰਾਂ ਦੀ ਤਾਦਾਦ 'ਚ, ਕਰੋੜਾਂ ਦੀ ਤਾਦਾਦ 'ਚ ਭਾਰਤ ਵਿੱਚ ਲੱਗ ਗਈਆਂ ਨੇ। ਦੋਨਾਂ ਦੀ ਸੇਫਟੀ ਪ੍ਰੋਫਾਈਲ ਆਲਮੋਸਟ ਬਰਾਬਰ ਦਾ ਤੇ ਸਕਸੈਸ ਵੀ ਬਰਾਬਰ ਹੈ। ਸੋ ਇਸ ਕਰਕੇ ਤੁਹਾਨੂੰ ਕੋਈ ਵੀ ਮਿਲੇ ਕੋਵਾਸ਼ੀਲਡ ਜਾਂ ਕੋਵੈਕਸੀਨ, ਤੁਹਾਨੂੰ ਲਗਵਾਉਣੀ ਜ਼ਰੂਰ ਚਾਹੀਦੀ ਹੈ। ਤੇ ਸਰ ਜਿਸ ਤਰ੍ਹਾਂ ਹੁਣ ਕੇਸ ਲਗਾਤਾਰ ਵੱਧਦੇ ਜਾ ਰਹੇ ਨੇ, ਮੌਤਾਂ ਦਾ ਆંકੜਾ ਵੀ ਵੱਧਦਾ ਜਾ ਰਿਹਾ, ਇਸ ਨੂੰ ਠੱਲ ਪਾਉਣ ਦੇ ਲਈ ਹੁਣ ਰਹਿ ਕੀ ਗਿਆ? ਕਿਉਂਕਿ ਹਸਪਤਾਲਾਂ ਦੇ ਵਿੱਚ ਬਹੁਤ ਰਸ਼ ਹੋ ਰਿਹਾ, ਬੈੱਡ ਖਤਮ ਹੋਣ ਦੀ ਨੌਬਤ 'ਤੇ ਆ ਰਹੇ ਨੇ, ਆਕਸੀਜਨ ਦੀ ਘਾਟ ਹੋ ਰਹੀ ਹੈ। ਕਿਸ ਤਰ੍ਹਾਂ ਸਥਿਤੀ ਸਾਰੀ ਕੰਟਰੋਲ 'ਚ ਆਏਗੀ? ਦੇਖੋ ਕੁਛ ਤਾਂ ਪੈਂਡੈਮਿਕ ਦੀ ਇਹ ਹਮੇਸ਼ਾ ਆਪਾਂ ਡਿਸਕਸ ਕਰਦੇ ਸੀ ਹੈ ਨਾ, ਪਿਛਲੇ ਸਾਲ ਵੀ, ਕਿ ਸੈਕਿੰਡ ਵੇਵ ਆਊਗੀ, ਬਚ ਕੇ ਰਹੋ। ਪਰੰਤੂ ਆਪਣੀਆਂ ਅਣਗਹਿਲੀਆਂ ਰਹੀਆਂ, ਹਰ ਇੱਕ ਬੰਦੇ ਦੀਆਂ ਰਹੀਆਂ, ਕਿਸੇ ਦਾ ਵੀ ਨਾਮ ਲਓ, ਹਰ ਇੱਕ ਬੰਦਾ ਇਸ ਨੂੰ ਬਿਮਾਰੀ ਨੂੰ ਫੈਲਾਉਣ ਦੇ ਵਿੱਚ, बढ़ाਉਣ ਦੇ ਵਿੱਚ ਬਰਾਬਰ ਦਾ ਜ਼ਿੰਮੇਵਾਰ ਹੈ। ਚਾਹੇ ਉਹ ਸਰਕਾਰ ਹੈ, ਚਾਹੇ ਪੋਲੀਟੀਕਲ ਹੈ, ਚਾਹੇ ਰਿਲੀਜੀਅਸ ਹੈ, ਜਾਂ ਆਪਾਂ ਲੋਕ ਹਾਂ, ਆਪਾਂ ਸਾਰਿਆਂ ਨੇ ਇਸ ਨੂੰ ਬੜਾਵਾ ਦਿੱਤਾ ਤੇ ਹੁਣ ਆਪਾਂ ਇਹਨੂੰ ਬੁਰੀ ਤਰ੍ਹਾਂ ਫੇਸ ਕਰ ਰਹੇ ਹਾਂ। ਹਲੇ ਵੀ ਆਪਾਂ ਨੂੰ ਮੌਕਾ ਹੈ ਕਿ ਹਲੇ ਵੀ ਜੇ ਆਪਾਂ ਸਿਰਫ ਮਾਸਕ ਪ੍ਰੋਪਰ ਲਗਾਈਏ, ਔਰ ਦੂਸਰਾ ਸੋਸ਼ਲ ਡਿਸਟੈਂਸਿੰਗ ਰੱਖੀਏ, ਔਰ ਤੀਸਰੀ ਸਭ ਤੋਂ ਚੀਜ਼ ਹੈ ਵੈਕਸੀਨੇਸ਼ਨ। ਜਦੋਂ ਵੀ ਆਪਾਂ ਨੂੰ ਮੌਕਾ ਮਿਲਦਾ ਹੈ ਵੈਕਸੀਨੇਸ਼ਨ ਲਗਾਈਏ, ਹਲੇ ਵੀ ਇਸ 'ਤੇ ਠੱਲ ਪਾ ਸਕਦੇ ਹਾਂ। ਚੌਥੀ ਜਿਹੜੀ ਮੌਤਾਂ ਤੋਂ ਤੁਸੀਂ ਕਿਹਾ ਵੀ ਉਹਨੂੰ ਬਚਣ ਦਾ ਕੀ ਤਰੀਕਾ ਹੈ, ਉਹਦਾ ਤਰੀਕਾ ਇਹ ਹੈ ਕਿ ਬਈ ਇਹਦੇ ਵਿੱਚ ਜਿੱਦਾਂ ਤੁਸੀਂ ਕਿਹਾ ਲੋਕ ਘਰੇ CT ਕਰਾ ਲੈਂਦੇ ਆ, ਫਿਰ ਆਪਣਾ ਇਲਾਜ ਸ਼ੁਰੂ ਕਰ ਲੈਂਦੇ ਆ, ਸਟੀਰੋਇਡ ਲੈ ਲਏ, ਪਹਿਲਾਂ ਹੀ ਸਾਰੀ ਦਵਾਈਆਂ ਪਹਿਲਾਂ ਹੀ ਲੈ ਲਈਆਂ ਬਿਨਾਂ ਟੈਸਟ ਕਰਾਏ। ਉਹ ਆਪਣਾ ਸਾਰੇ ਜਿਹੜੇ ਬਾਕੀ ਚੀਜ਼ਾਂ ਨੇ ਉਹ ਤਾਂ ਖਤਮ ਹੀ ਹੋ ਜਾਂਦਾ ਉਹਦੇ ਕੋਲੇ ਬੈਲੈਂਸ ਸਾਡੇ ਕੋਲੇ। ਤਾਂ ਫਿਰ ਸਾਡੇ ਕੋਲੇ ਜਦੋਂ ਮਰੀਜ਼ ਆਉਂਦਾ ਬਹੁਤ ਸੀਰੀਅਸ ਹਾਲਤ 'ਚ ਆਉਂਦਾ। ਸੋ ਮੇਰੀ ਸਾਰੇ ਲੋਕਾਂ ਨੂੰ ਇਹ ਰਿਕੁਐਸਟ ਹੈ ਕਿ ਜਦੋਂ ਹੀ ਤੁਹਾਨੂੰ ਸਿੰਪਟਮ ਹੋਣ, ਪਹਿਲੀ ਗੱਲ ਆਪਣੀ ਟੈਸਟਿੰਗ ਕਰਕੇ ਕਨਫਰਮ ਕਰਾਓ, ਆਈਸੋਲੇਟ ਹੋ ਕੇ ਆਪਣੇ ਆਪ ਨੂੰ ਤੇ ਫੈਮਿਲੀ ਨੂੰ ਬਚਾਓ, ਤੇ ਹਲਕਾ ਫੁਲਕਾ ਜਿਹੜਾ ਇਲਾਜ ਆ ਉਹ ਸ਼ੁਰੂ ਕਰੋ। ਅਨਨੈਸੈਸਰਲੀ ਐਂਟੀਬਾਇਓਟਿਕਸ, ਅਨਨੈਸੈਸਰਲੀ ਸਟੀਰੋਇਡਸ, ਅਨਨੈਸੈਸਰਲੀ ਮਹਿੰਗੀ ਦਵਾਈਆਂ ਜੇ ਤੁਸੀਂ ਪਹਿਲਾਂ ਹੀ ਲੈ ਲਓਗੇ, ਫਿਰ ਜੇ ਕਿਸੇ ਬੰਦੇ ਨੂੰ 100 ਚੋਂ 5 ਜਾਂ 7 ਬੰਦੇ ਸੀਰੀਅਸ ਹੁੰਦੇ ਨੇ ਤਾਂ ਸਾਰੀਆਂ ਦਵਾਈਆਂ ਹੀ ਖਤਮ ਹੋ ਜਾਣਗੀਆਂ। ਔਰ ਜਦੋਂ ਵੀ ਤੁਹਾਡੀ ਸਾਹ ਜਾਂ ਫੁੱਲਦਾ ਹੈ, ਖਾਂਸੀ ਹੁੰਦੀ ਹੈ ਜਾਂ ਬੁਖਾਰ ਜ਼ਿਆਦਾ ਹੈ ਤੇ ਕੋਵਿਡ ਪੋਜ਼ਿਟਿਵ ਹੈ ਤੇ ਸੈਚੂਰੇਸ਼ਨ ਤੁਸੀਂ ਦੇਖਦੇ ਹੋ ਕਿ 92 90 ਰਹਿ ਗਈ ਹੈ, ਉਦੋਂ ਘਰ ਨਾ ਬੈਠੋ, ਉਦੋਂ ਆ ਕੇ ਆਪਣਾ ਇਲਾਜ ਸ਼ੁਰੂ ਕਰਾ ਲਓ। ਇਹ ਮੈਂ ਬਹੁਤ ਜ਼ਿਆਦਾ ਪੇਸ਼ੈਂਟ ਦੇਖ ਲਏ ਜੋ ਘਰ ਆ ਕੇ ਫਿਰ ਸੀਰੀਅਸ ਕੰਡੀਸ਼ਨ ਚਲੇ ਜਾਂਦੇ, ਫਿਰ ਉਹਨਾਂ ਦੀ ਇਲਾਜ ਹੋ ਜਾਂਦੇ ਨੇ। ਤੇ ਸਰ ਜਿਸ ਤਰ੍ਹਾਂ ਹੁਣ ਆਕਸੀਜਨ ਦੀ ਘਾਟ ਚੱਲ ਰਹੀ ਹੈ, ਕਈ ਲੋਕ ਇਹੀ ਕਹਿ ਕੇ ਵੀ ਸਾਨੂੰ ਲੋੜ ਪੈ ਸਕਦੀ ਹੈ ਸਿਲੰਡਰ ਆਪਣੇ ਘਰੇ ਰੱਖ ਰਹੇ ਨੇ, ਕਿ ਆਮ ਲੋਕ ਜਿਹੜੇ ਉੱਦਾਂ ਹੀ ਆਪਣੀ ਡਾਕਟਰ ਦੀ ਬਿਨਾਂ ਸਲਾਹ ਤੋਂ ਆਕਸੀਜਨ ਲਈ ਜਾਂਦੇ, ਉਹਨਾਂ ਲਈ ਕੀ ਨੁਕਸਾਨਦਾਇਕ ਹੋ ਸਕਦੀ ਆ ਉਹ? ਦੇਖੋ ਇਹ ਨਾ ਬੜੀ ਅਨਫੋਰਚੂਨੇਟ ਚੀਜ਼ ਹੋ ਗਈ ਕਿ ਆਪਣੀ ਕੰਟਰੀ 'ਚ ਆਕਸੀਜਨ ਦੀ ਘਾਟ ਹੋ ਗਈ, ਇੰਬੈਲੈਂਸ ਹੋ ਗਿਆ ਘਾਟ ਦਾ। ਜਿੱਥੇ ਮਰੀਜ਼ ਜ਼ਿਆਦਾ ਨੇ ਉੱਥੇ ਆਕਸੀਜਨ ਘੱਟ ਹੈ, ਤੇ ਆਕਸੀਜਨ ਕਰਕੇ ਵੀ ਕਈ ਲੋਕਾਂ ਦੀ ਡੈਥ ਹੋ ਰਹੀ ਹੈ। ਕੁਛ ਲੋਕਾਂ ਨੇ ਇਹਦੇ ਵਿੱਚ ਇਹ ਕੀਤਾ, ਡਰ ਦੇ ਵਿੱਚ ਆਪਣੇ ਘਰ 'ਚ 4-4 ਸਿਲੰਡਰ ਰੱਖ ਲਏ, ਚੰਗੇ ਭਲੇ ਬੰਦਿਆਂ ਨੇ,
ਤੇ ਆਕਸੀਜਨ ਦਾ ਸਪਾ ਉਹਨਾਂ ਨੂੰ ਲੱਗਣ ਲੱਗਿਆ ਵੀ ਜੇ ਆਕਸੀਜਨ ਲਵਾਂਗੇ ਜ਼ਿੰਦਗੀ ਹੈ, ਪਰ ਉਹ ਗਲਤ ਸੋਚ ਰਹੇ ਨੇ। ਜੇ ਕਿਸੇ ਬੰਦੇ ਦੀ ਸੈਚੂਰੇਸ਼ਨ ਉਹਨਾਂ ਨੂੰ ਕੋਵਿਡ ਹੈ 94 ਦਾ ਉਸ ਤੋਂ ਵੱਧ ਰਹਿ ਰਹੀ ਹੈ, ਉਹਨੂੰ ਆਕਸੀਜਨ ਦੇ ਨਾਲ ਨੁਕਸਾਨ ਹੋ ਸਕਦਾ ਹੈ, ਕਿਉਂਕਿ ਆਕਸੀਜਨ ਵੀ ਇੱਕ ਤਰ੍ਹਾਂ ਦੀ ਤੁਸੀਂ ਮੈਡੀਸਨ ਹੈ। ਜਿਹੜੀ ਵੀ ਚੀਜ਼ ਦੀ ਐਕਸੈਸ ਲਓਗੇ, ਜੇ ਤੁਸੀਂ ਮੈਡੀਸਨ ਵੀ ਕੋਈ ਐਕਸੈਸ ਲਓਗੇ ਤਾਂ ਨੁਕਸਾਨ ਹੀ ਹੁੰਦਾ। ਜੇ ਸ਼ੂਗਰ ਦੀਆਂ 2 ਗੋਲੀਆਂ ਲੈ ਲਓਗੇ, ਬਈ ਮੈਨੂੰ ਸ਼ੂਗਰ ਪਰਸੋਂ ਨਹੀਂ ਹੋਊਗਾ, ਉਹ ਤਾਂ ਪਹਿਲਾਂ ਹੀ ਡਾਊਨ ਕਰਕੇ ਨੁਕਸਾਨ ਕਰੇਗਾ। ਸੇਮ ਚੀਜ਼ ਹੈ ਕਿ ਜੇ ਆਕਸੀਜਨ ਜ਼ਰੂਰਤ ਨਾਲੋਂ ਜ਼ਿਆਦਾ ਲਓ ਜਾਂ ਬਿਨਾਂ ਲੋੜ ਤੋਂ ਲਓ ਤਾਂ ਉਹ ਤੁਹਾਡੇ ਲਈ ਟੌਕਸਿਨਸ ਹੁੰਦੀ ਹੈ, ਉਹ ਜ਼ਿਆਦਾ ਨੁਕਸਾਨ ਕਰ ਸਕਦੀ ਹੈ, ਬਲਕਿ ਸਾਇਲੈਂਟ ਇੰਜਰੀ ਕਰ ਸਕਦੀ ਹੈ ਤੁਹਾਡੇ ਹਾਰਟ 'ਤੇ। ਸੋ ਇਸ ਕਰਕੇ ਜਿਹੜੇ ਲੋਕ ਇਸ ਨੂੰ ਪ੍ਰੋਫਿਲੈਕਟਿਕ ਸੋਚ ਰਹੇ ਨੇ ਕਿ ਆਪਾਂ ਪਹਿਲਾਂ ਹੀ ਕਰਕੇ ਰੱਖ ਲਈਏ, ਉਹ ਬਿਲਕੁਲ ਗਲਤ ਹੈ। ਸੋ ਆਕਸੀਜਨ ਨੂੰ ਦਵਾਈ ਸਮਝੋ, ਇਹਨੂੰ ਯੂਜ਼ ਉਦੋਂ ਕਰੋ ਜਦੋਂ ਇਸ ਦੀ ਰਿਕੁਆਇਰਮੈਂਟ ਹੈ। ਬਹੁਤ ਧੰਨਵਾਦ ਜੀ। ਤਾਂ ਇਸ ਸਾਡੇ ਨਾਲ ਸੀਨੀਅਰ ਡਾਕਟਰ ਬਿਸ਼ਮ ਜੀ ਨਾਲ ਆਪਾਂ ਗੱਲਬਾਤ ਕੀਤੀ ਹੈ ਕਿ ਕੀ ਧਿਆਨ ਰੱਖਣੇ ਚਾਹੀਦੇ ਤੇ ਸਿਟੀ ਸਕੈਨ ਬਿਨਾਂ ਡਾਕਟਰੀ ਸਲਾਹ ਤੋਂ ਨਹੀਂ ਕਰਾਉਣੀ ਚਾਹੀਦੀ, ਉਹ ਤੁਹਾਡੇ ਸਿਹਤ ਵਾਸਤੇ ਹਾਨੀਕਾਰਕ ਵੀ ਹੋ ਸਕਦੀ ਹੈ। ਤਾਂ ਵਧੇਰੇ ਅਪਡੇਟਸ ਸਾਡੇ ਨਾਲ ਜੁੜੇ ਰਹੋ। ਕੈਮਰਾਮੈਨ ਹੈਰੀ ਦੇ ਨਾਲ ਸਰਮਜੀਤ ਸਿੰਘ, ਲੁਧਿਆਣਾ।